जग सुपने लीन्याई जिनो मना सच जानदा जग सुपने लीन्याई जिनो मना सच जानदा जग सुपने लीन्याई जिनो मना सच जानदा एता जग सुपने दीनाई जिनो मना सच सुपने दीनाई नो मना सच जानदा एता जग सुपने दीनाई जिनो मना सच जानदा जिनो मनायो सच जानदा जिनो मना तू सच जानदा जिनो मना तो 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 सच जानदा एता जग सुपने लीन्याई जिनो मना सच जानदा जग सुपने लीन्याई जिनो मना सच जानदा एता जग सुपने दीनाई जिनो मना सच जानदा एता जग सुपने दीनाई है जिनो मना सच जानदा ने दीनाई है जिनो मना सच जानदा जग सुपने दीनाई है जिनो मना जिनो मना तू सच जानदा जिनो मना होए सच जानदा जिनो मना होए सच जानदा जिनो मना तो सच जानदा जिनो मना तो सच जानदा जिनो मना तो सच जानदा चेतना है तो चेत ले निस दिन में प्राणी छिन छिन ओद देहात है छिन बेहात है घट जा पानी हर गुण काहे लगा गई हर गुण काहे लगा बली मूरख अज्ञाना झूठे लाल
ਲਾਲਚ ਲੱਗ ਕੇ ਭਾਈ ਝੂਠੇ ਲਾਲਚ ਲੱਗ ਕੇ ਮੈਂ ਮਰਨ ਪਛਲਾ ਅੱਜ ਹੂੰ ਕਛ ਬਿਗੜਿਓ ਨਹੀਂ ਅੱਜ ਹੂੰ ਕਛ ਬਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੇ ਕੋ ਨਾਨਕ ਤੈ ਭਜਨ ਤੈ ਨਿਰਭੈ ਪਦ ਪਾਵੇ ਇਹ ਤਾਂ ਜਗ ਸੁਪਨੇ ਲੀਲਾ ਜਿਹਨੂੰ ਮਨਾ ਸੱਚ ਜਾਣਦਾ ਜਗ ਸੁਪਨੇ ਜਿਹਨੂੰ ਮਨਾ ਸੱਚ ਜਾਣਦਾ ਇਹ ਤਾਂ ਜਗ ਸੁਪਨੇ ਦੀ ਨਿਆਈ ਜਿਹਨੂੰ ਮਨ ਸੱਚ ਜਾਣਦਾ ਇਹ ਤਾਂ ਜਗ ਸੁਪਨੇ ਦੀ ਨਿਆਈ ਜਿਹਨੂੰ ਮਨ ਸੱਚ ਜਾਣਦਾ ਜਗ ਸੁਪਨੇ ਦੀ ਨਿਆਈ ਮਨਾ ਸੱਚ ਜਾਣਦਾ ਇਹ ਤਾਂ ਜਗ ਸੁਪਨੇ ਦੀ ਨਿਆਈ ਮਨਾ ਸੱਚ ਜਾਣਦਾ ਜਿਹਨੂੰ ਮਨਾ ਜੀ ਹੋ ਸੱਚ ਜਾਣਦਾ ਉਹ ਜਿਹਨੂੰ ਮਨਾ ਤੂੰ ਸੱਚ ਜਾਣਦਾ 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 ਇਹ ਤਾਂ ਜਗ ਸੁਪਨੇ ਦੀ ਨਿਆਈ ਜਿਹਨੂੰ ਮਨਾ ਸੱਚ ਜਾਣਦਾ ਜਗ ਸੁਪਨੇ ਦੀ ਨਿਆਈ ਜਿਹਨੂੰ ਮਨਾ ਸੱਚ ਜਾਣਦਾ ਇਹ ਤਾਂ ਜਗ ਸੁਪਨੇ ਦੀ ਨਿਆਈ ਜਿਹਨੂੰ ਮਨ ਸੱਚ ਜਾਣਦਾ ਇਹ ਤਾਂ ਜਗ ਸੁਪਨੇ ਦੀ ਨਿਆਈ ਤੂੰ ਮਨ ਸੱਚ ਜਾਣਦਾ ਸੁਪਨੇ ਦੀ ਜਿਹਨੂੰ ਮਨ ਇਹ ਤਾਂ ਜਗ ਸੁਪਨੇ ਦੀ ਨਿਆਈ ਨੂੰ ਮਨ ਸੱਚ ਜਾਣਦਾ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ ਨਾਨਕ ਹਰ ਭਜ ਮਨਾ ਜੈ ਬਿਦ ਜਲ ਕੋ ਮੀਨ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ ਕਹ ਨਾਨਕ ਹਰ ਭਜ ਮਨਾ ਜਹ ਬਿਦ ਜਲ ਕੋ ਮੀਨ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਆਪਾਂ ਸਾਰੇ ਜੁੜ ਬੈਠੇ ਹਾਂ। ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਹਰੀ ਸਿੰਘ ਜੀ
ਗੁਰਸਾਗਰ ਮਸਤੂਆਣਾ ਸਾਹਿਬ ਦੇ ਆਪਣੀਆਂ ਕਈ ਪੀੜ੍ਹੀਆਂ ਤੋਂ ਲੈ ਕੇ ਇਸ ਘਰ ਦੇ ਸੇਵਾਦਾਰ ਸਨ। ਉਹਨਾਂ ਦੀ ਆਤਮਿਕ ਸ਼ਾਂਤੀ ਦੇ ਲਈ ਆਪਾਂ ਮਹਾਂਪੁਰਸ਼ਾਂ ਦੇ ਪਾਵਨ ਪਵਿੱਤਰ ਅਸਥਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ, ਉਹਨਾਂ ਵੱਲੋਂ ਸਥਾਪਿਤ ਅਸਥਾਨ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਜੁੜੇ ਹਾਂ। ਸਾਰੇ ਹੀ ਗੁਰਮੁਖ ਪਿਆਰੇ, ਜਿੰਨੀਆਂ ਵੀ ਸੰਗਤਾਂ ਬਾਬਾ ਹਰੀ ਸਿੰਘ ਜੀ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਲਈ ਪਹੁੰਚੀਆਂ ਨੇ, ਆਓ ਸਾਰੇ ਆਪਾਂ ਰਲ ਕੇ ਰਸਨਾ ਨੂੰ ਪਵਿੱਤਰ ਕਰੀਏ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੇਵਾਦਾਰ ਸ਼ਬਦ ਹੈ ਜਿਹੜਾ, ਸੇਵਾਦਾਰ, ਇਹ ਬਹੁਤ ਹੀ ਵਿਲੱਖਣ, ਆਪਣਾ ਆਪ ਵਾਰਨ ਵਾਲੇ, ਆਪਣੇ ਹਉਮੈ ਨੂੰ, ਲਾਲਚ ਨੂੰ, ਤ੍ਰਿਸ਼ਨਾ ਨੂੰ ਤਿਆਗ ਕੇ ਗੁਰੂ ਨਾਨਕ ਦੇ ਦਰ ਦੀ ਸੇਵਾ ਕਰਨ ਵਾਲੇ, ਜੋ ਕਿਸੇ ਵੀ ਲਾਲਚ ਤੋਂ ਉੱਪਰ ਉੱਠ ਕੇ ਮਨੁੱਖਤਾ ਦੀ ਸੇਵਾ ਕਰਦੇ ਨੇ, ਉਹਨਾਂ ਨੂੰ ਸੇਵਾਦਾਰ ਕਿਹਾ ਜਾਂਦਾ ਹੈ ਗੁਰਮਤਿ ਵਿੱਚ। ਸੇਵਾਦਾਰ ਸ਼ਬਦ ਬਹੁਤ ਛੋਟਾ ਹੈ, ਪਰ ਮਹਾਤਮ ਬਹੁਤ ਵੱਡਾ ਹੈ। ਬਾਬਾ ਹਰੀ ਸਿੰਘ ਜੀ ਬਾਰੇ ਪਹਿਲਾਂ ਸਿੰਘ ਬੋਲ ਕੇ ਗਏ ਨੇ ਕਿ ਅਨੰਨ ਸੇਵਾਦਾਰ। ਮਸਤੂਆਣਾ ਸਾਹਿਬ ਸੰਪਰਦਾਇ ਦੇ, ਗੁਰੂ ਨਾਨਕ ਦੇ ਦਰ ਦੇ ਸੰਤ ਬਾਬਾ ਅਤਰ ਸਿੰਘ ਜੀ ਦੇ ਲਾਏ ਹੋਏ ਇਸ ਸਿੱਖੀ ਦੇ ਬੂਟੇ ਦੇ ਅਨੰਨ ਸੇਵਾਦਾਰ। ਸੇਵਾਦਾਰ ਫਿਰ ਉਹ ਸਿਰਫ ਆਪ ਹੀ ਨਹੀਂ, ਉਹਨਾਂ ਦੇ ਬਜ਼ੁਰਗਾਂ ਤੋਂ ਲਾ ਕੇ ਇਸ ਦਰ ਦੀ ਸੇਵਾ ਬੜੇ ਲੰਮੇ ਸਮੇਂ ਤੋਂ ਕਰਦੇ ਆ ਰਹੇ ਨੇ। ਪਰਿਵਾਰ ਦੇ ਵਿੱਚ ਇੱਕ ਜੀ ਵੀ ਗੁਰੂ ਨਾਲ ਜੁੜਿਆ ਹੋਵੇ ਨਾ, ਇੱਕ ਜੀ, ਚਾਹੇ 50 ਜੀ ਹੋਣ ਪਰਿਵਾਰ ਦੇ, 50 ਪਰਿਵਾਰ ਦੇ ਮੈਂਬਰ ਹੋਣ, ਜੇ ਇੱਕ ਵੀ ਜੁੜਿਆ ਹੋਵੇ ਤਾਂ ਗੁਰਮੁਖ ਪਿਆਰਿਓ ਉਹ ਸਾਰਿਆਂ ਨੂੰ ਤਾਰ ਲੈਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ। ਇੱਕ ਜੁੜਿਆ ਹੋਵੇ ਜੀ, ਔਰ ਪਰਿਵਾਰ ਦੇ ਵਿੱਚੋਂ ਇੱਕ ਬੰਦਾ ਵੀ ਜੇ ਗਲਤ ਲੈਣ ਤੇ ਵਗ ਜੇ, ਉਹ ਸਾਰੇ ਪਰਿਵਾਰ ਨੂੰ ਡਬੋ ਵੀ ਦਿੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਡਬੋ ਵੀ ਦਿੰਦਾ ਹੈ। ਇੱਕ ਇਨਸਾਨ, ਇੱਕੋ ਪਰਿਵਾਰ ਦਾ ਜੀ, ਚੰਗੇ ਕਰਮਾਂ ਤੇ, ਚੰਗੀ ਸੇਵਾ ਤੇ, ਚੰਗੀ ਸਮਾਜ ਦੀ ਉਸਾਰੀ ਤੇ ਲੱਗਿਆ ਹੋਇਆ ਹੈ, ਉੱਥੇ ਪਰਿਵਾਰ ਵੀ ਤਰ ਜਾਂਦਾ ਹੈ। ਲੇਕਿਨ ਪਰਿਵਾਰ ਦਾ ਇੱਕੋ ਹੀ ਜੀ ਨਲਾਇਕ ਨਿਕਲ ਜਾਏ, ਉੱਥੇ ਪਰਿਵਾਰ ਨੂੰ ਡਬੋ ਵੀ ਦਿੰਦਾ ਹੈ। ਇੱਕੋ ਹੀ ਜੀ।
ਔਰ ਬਾਪੂ ਹਰੀ ਸਿੰਘ ਦੇ ਪਰਿਵਾਰ 'ਤੇ ਕਿਰਪਾ ਹੈ। ਬਾਬਾ ਬੱਗਾ ਸਿੰਘ ਜੀ ਵੇਲੇ ਤੋਂ ਇਸ ਅਸਥਾਨ ਦੇ ਸੇਵਾਦਾਰ ਚੱਲੇ ਆ ਰਹੇ ਨੇ। ਹੁਣ ਕੈਮੀ ਪੀੜ੍ਹੀ ਚੱਲ ਰਹੀ ਹੈ ਉਹਨਾਂ ਦੀ। ਇਸ ਘਰ ਵਿੱਚ, ਇਸ ਪਰਿਵਾਰ ਦੇ ਵਿੱਚ ਗੁਰੂ ਨਾਨਕ ਦੀ ਸਿੱਖੀ ਬਰਕਰਾਰ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਿੱਖੀ ਦਾ ਬੂਟਾ ਹਰਾ ਹੈ। ਆ ਇੱਧਰ ਮੇਰੇ ਪਾਸੇ ਪਹਿਲਾਂ ਜਿਹੜਾ ਜਥਾ ਕੀਰਤਨ ਕਰ ਗਿਆ ਨਾਲ, ਉਹ ਕਾਕਾ ਅਮਰਜੀਤ ਸਿੰਘ ਜਿਹੜੇ ਬੈਠੇ ਸਨ ਨਾਲ ਹਾਰਮੋਨੀਅਮ 'ਤੇ, ਬਾਪੂ ਹਰੀ ਸਿੰਘ ਜੀ ਦੇ ਪੋਤਰੇ। ਪੀੜ੍ਹੀ ਦਰ ਪੀੜ੍ਹੀ ਫਿਰ ਜਿਹੜੀਆਂ ਕੁਲਾਂ ਨੇ, ਜਿਹੜੀ ਔਲਾਦ ਹੈ, ਉਹ ਗੁਰੂ ਨਾਲ, ਸਿੱਖੀ ਨਾਲ ਜੁੜੀ ਰਹਿੰਦੀ ਹੈ। ਇਹ ਕਿਸ ਚੀਜ਼ ਦਾ ਸਿੱਟਾ ਹੈ? ਕਿਸ ਦੀ ਬਦੌਲਤ ਹੈ? ਇਹ ਸ਼ੁਭ ਅਮਲਾਂ ਦੀ। ਸ਼ੁਭ ਅਮਲ ਜਿੰਨੀ ਦੇਰ ਬੰਦੇ ਦੇ ਅੰਦਰ ਸ਼ੁਭ ਅਮਲ ਨਹੀਂ, ਸੇਵਾ ਨਹੀਂ, ਸਹਿਜ ਨਹੀਂ, ਆਨੰਦ ਨਹੀਂ, ਖੇੜਾ ਨਹੀਂ। ਅੱਜ ਦੁੱਖ ਹੁੰਦਾ ਹੈ। ਅੱਜ ਬਹੁਤਾਤ ਵਿੱਚ ਸਾਡੇ ਸਮਾਜ ਵਿੱਚੋਂ ਰੂਹਾਨੀਅਤ ਹੈ ਜਿਹੜੀ, ਉਹ ਗਾਇਬ ਹੋ ਰਹੀ ਹੈ। ਰੂਹਾਨੀਅਤ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਵੀ ਪੁੱਛਿਆ ਸੀ ਮੱਕੇ ਦੇ ਵਿੱਚ। ਮੱਕੇ ਦੇ ਵਿੱਚ ਸਤਿਗੁਰੂ ਨੂੰ ਪੁੱਛਿਆ ਕਾਜ਼ੀਆਂ ਨੇ, ਮੌਲਾਣਿਆਂ ਨੇ। ਕੀ ਪੁੱਛਿਆ? ਜਦੋਂ ਉਹਨਾਂ ਨੂੰ ਯਕੀਨ ਹੋ ਗਿਆ ਕਿ ਇਹ ਬਾਬਾ ਬੰਦਾ ਨਹੀਂ, ਇਹ ਤੇ ਖੁਦਾ ਦਾ ਰੂਪ ਹੈ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਜਦੋਂ ਮੱਕੇ ਦੇ ਕਾਜ਼ੀਆਂ ਨੂੰ, ਮੌਲਾਣਿਆਂ ਨੂੰ ਯਕੀਨ ਹੋ ਗਿਆ ਇਹ ਖੁਦ ਅੱਲਾ ਦਾ ਰੂਪ ਹੈ, ਖੁਦਾ ਦਾ ਰੂਪ ਹੈ, ਇਹ ਧੰਨ ਗੁਰੂ ਨਾਨਕ ਜੀ ਨੂੰ ਪੁੱਛ ਰਹੇ ਨੇ। ਕਹਿੰਦੇ ਬਾਬਾ ਦੱਸੋ, ਕਿਉਂਕਿ ਉਦੋਂ ਦੋਨਾਂ ਕੌਮਾਂ ਵਿੱਚ ਬੜਾ ਬਖੇੜਾ ਚੱਲ ਰਿਹਾ ਸੀ, ਹਿੰਦੂ ਅਤੇ ਮੁਸਲਮਾਨ ਵਿੱਚ, ਧਾਰਮਿਕ ਤੌਰ 'ਤੇ। ਉਹ ਕਹਿੰਦਾ ਸੀ ਸਾਡਾ ਧਰਮ ਵੱਡਾ ਹੈ, ਦੂਜਾ ਕਹਿੰਦਾ ਸੀ ਸਾਡਾ ਧਰਮ ਵੱਡਾ ਹੈ। ਫਿਰ ਮੌਲਾਣੇ ਪੁੱਛ ਰਹੇ ਨੇ ਬਾਬਾ ਜੀ ਦੱਸੋ, ਹਿੰਦੂ ਵੱਡਾ ਹੈ ਕਿ ਮੁਸਲਮਾਨ ਵੱਡਾ ਹੈ? ਧੰਨ ਗੁਰੂ ਨਾਨਕ ਦੇਵ ਜੀ, ਭਾਈ ਗੁਰਦਾਸ ਜੀ ਉਸ ਸਮੇਂ ਦੀ ਵਾਰਤਾ ਨੂੰ ਆਪਣੀਆਂ ਵਾਰਾਂ ਵਿੱਚ ਅੰਕਿਤ ਕਰਦੇ ਨੇ। ਭਾਈ ਗੁਰਦਾਸ ਜੀ, ਭਾਈ ਗੁਰਦਾਸ ਜੀ ਬਖਸ਼ਿਸ਼ ਕਰਦੇ ਨੇ ਕਿ ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨੋਈ। ਬਾਬਾ ਜੀ ਆ ਤੁਹਾਡੇ ਕੋਲ ਜਿਹੜੀ ਕਿਤਾਬ ਹੈ, ਕਿਰਪਾ ਕਰਕੇ ਇਹਨੂੰ ਖੋਲ ਕੇ ਪੜ੍ਹ ਕੇ ਦੱਸੋ, ਹਿੰਦੂ ਵੱਡਾ ਹੈ ਕਿ ਮੁਸਲਮਾਨ ਵੱਡਾ ਹੈ? ਕਿਉਂਕਿ ਗੁਰੂ ਨਾਨਕ ਦੇਵ ਜੀ ਜਿੱਥੇ ਜਾਂਦੇ ਸਨ, ਉਹ ਕਿਤਾਬ ਕਿਹੜੀ ਸੀ? ਗੁਰੂ ਪਾਤਸ਼ਾਹ ਦੀ ਬਾਣੀ। ਬਾਣੀ ਆਸਾ ਹੱਥ ਕਿਤਾਬ ਕਛ, ਗੁਰੂ ਸਾਹਿਬ ਦੀ ਬਾਣੀ। ਕਹਿਣ ਲੱਗੇ ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨੋਈ। ਪੁੱਛਣ ਗੱਲ ਈਮਾਨ ਦੀ, ਕਾਜੀ ਮੁੱਲਾ ਇਕੱਠੇ ਹੋਈ। ਕਾਜੀ ਅਤੇ ਮੁੱਲਾ ਇਕੱਠੇ ਹੋ ਕੇ ਈਮਾਨ ਦੀ ਗੱਲ ਪੁੱਛ ਰਹੇ ਨੇ। ਈਮਾਨ ਦੀ, ਈਮਾਨ ਦੀ ਕੀ? ਕਿ ਦੱਸੋ ਤੁਸੀਂ ਖੁਦਾ ਦਾ ਰੂਪ ਹੋ।
ਆਪਾਂ ਅਮਲਾਂ ਦੇ ਉੱਪਰ ਵਿਚਾਰ ਕਰ ਰਹੇ ਹਾਂ। ਸ਼ੁਭ ਅਮਲ, ਬਾਬਾ ਹਰੀ ਸਿੰਘ ਜੀ ਨੇ ਇਸ ਦਰ ਤੇ ਸ਼ੁਭ ਅਮਲ ਖੱਟਿਆ ਹੈ। ਸੇਵਾਦਾਰ ਕਹਿਣਾ ਸੌਖਾ ਹੈ, ਪਰ ਸੇਵਾਦਾਰ ਜਦੋਂ ਆਪਣੇ ਜੀਵਨ ਵਿੱਚ ਕਮਾਈ ਕਰਦਾ ਹੈ, ਸਾਰੀ ਜ਼ਿੰਦਗੀ ਦੀ ਕਮਾਈ ਸਾਂਭਣ ਕੇ ਜਦੋਂ ਸੰਸਾਰ ਦੇ ਸਮਾਜ ਦੇ ਅੱਗੇ ਆਉਂਦੀ ਹੈ, ਫਿਰ ਉਹਦੀ ਸਾਰੀ ਜ਼ਿੰਦਗੀ ਦੀ ਸੇਵਾਦਾਰੀ, ਆਪਣਾ ਆਪਾ ਗਵਾ ਕੇ ਕੀਤੀ ਹੋਈ ਸੇਵਾ ਜਦੋਂ ਸੰਸਾਰ ਦੇ ਸਾਹਮਣੇ ਆਉਂਦੀ ਹੈ, ਸਮਾਜ ਫੇਰ ਯਾਦ ਕਰਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਫੇਰ ਯਾਦ ਕਰਦਾ ਹੈ। ਇਹ ਸ਼ੁਭ ਅਮਲਾਂ ਦੀ ਨਿਸ਼ਾਨੀ ਹੈ। ਸ਼ੁਭ ਅਮਲ ਇਹੀ ਮੌਲਾਣੇ ਪੁੱਛ ਰਹੇ ਨੇ। ਪੁੱਛਣ ਗੱਲ ਈਮਾਨ ਦੀ, ਕਾਜੀ ਮੁੱਲਾਂ ਇਕੱਠੇ ਹੋਈ, ਤੇ ਬਾਬਾ ਆਖੇ ਹਾਜੀਆਂ, ਸ਼ੁਭ ਅਮਲਾਂ ਬਾਝੋਂ ਦੋਵੇਂ ਰੋਈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਇਹ ਭਾਈ ਹਾਜ਼ੀਓ, ਮੁਲਾਣਿਓ, ਨਾ ਤਾਂ ਇੱਥੇ ਹਿੰਦੂ ਵੱਡਾ ਹੈ, ਨਾ ਇੱਥੇ ਧਰਮ ਕਰਕੇ ਮੁਸਲਮਾਨ ਵੱਡਾ ਹੈ, ਭੇਖਾਂ ਕਰਕੇ ਇੱਥੇ ਕੋਈ ਵੱਡਾ ਨਹੀਂ। ਭੇਖ ਤਾਂ ਮੈਂ ਜਿੱਡਾ ਮਰਜ਼ੀ ਚੋਲਾ ਪਾ ਲਾਂ, ਜਿੱਡਾ ਜਿਹੋ ਜਿਹਾ ਮਰਜ਼ੀ। ਇਹ ਸ਼ਿੰਗਾਰ ਨੇ, ਲੱਖ ਸ਼ਿੰਗਾਰ ਬਣਾਏ ਸੀ, ਲੱਖਾਂ ਹੀ ਸ਼ਿੰਗਾਰ ਕਰ ਲਓ, ਸਤਿਗੁਰੂ ਜੀ ਕਹਿੰਦੇ। ਇਹ ਭੇਖ ਤਾਂ ਇੱਕ ਧਾਰਮਿਕ ਸ਼ਿੰਗਾਰ ਨੇ, ਪਰ ਬੰਦੇ ਦੇ ਜਿਹੜੇ ਅਮਲ ਮਨੁੱਖ ਨੇ ਕਮਾਉਣੇ ਨੇ। ਦੇਖੋ ਬਾਬਾ ਹਰੀ ਸਿੰਘ ਦੇ ਬਜ਼ੁਰਗ ਬਾਪੂ ਬੱਗਾ ਸਿੰਘ, ਕਿੰਨੀ ਘਾਲਣਾ, ਟੋਕਰੀ ਉਹਨਾਂ ਨੇ ਸਿਰ ਉੱਪਰ ਢੋ ਕੇ, ਉਹ ਮਾਤਾ ਦਾ ਅਸਥਾਨ ਆਪਾਂ ਦਰਸ਼ਨ ਕਰ ਰਹੇ ਹਾਂ, ਉਹਦੀ ਕਿੰਨੀ ਸੇਵਾ ਕਰਾਈ। ਫਿਰ ਇਹਨਾਂ ਦੇ ਭਰਾ ਬਾਬਾ ਭਗਵਾਨ ਸਿੰਘ ਵੀ, ਬਾਬਾ ਹਰੀ ਸਿੰਘ ਜੀ ਦੇ ਭਰਾ ਬਾਬਾ ਭਗਵਾਨ ਸਿੰਘ ਸੱਚਖੰਡ ਵਾਸੀ। ਮੈਂ ਬੜਾ ਹੈਰਾਨ ਹੁੰਦਾ ਜਦੋਂ ਇੱਥੇ 1986-87 ਦੀ ਗੱਲ ਹੈ, ਜਦੋਂ ਅੰਮ੍ਰਿਤ ਵੇਲੇ ਉਹਨਾਂ ਨੇ 2:30-3 ਵਜੇ ਮਾਤਾ ਵਾਲੇ ਗੁਰਦੁਆਰੇ ਉੱਠ ਕੇ ਗੁਰਸਾਗਰ 'ਚ ਆ ਕੇ ਨਮਸਕਾਰ ਕਰਕੇ ਮੱਥਾ ਟੇਕ ਕੇ ਫੇਰ ਜਾ ਕੇ ਮਾਤਾ ਦੇ ਅਸਥਾਨ 'ਤੇ ਪ੍ਰਕਾਸ਼ ਕਰਨਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਫੇਰ ਪ੍ਰਕਾਸ਼ ਕਰਨਾ। ਉਹਨਾਂ ਦੀ ਵੀ ਅਣਥਿੱਕ ਸੇਵਾ। ਉਹਨਾਂ ਦੇ ਇਹ ਭਰਾ ਬਾਪੂ ਹਰੀ ਸਿੰਘ ਜੀ, ਇਹਨਾਂ ਦੀ ਵੀ ਅਣਥੱਕ ਸੇਵਾ, ਸ਼ੁਭ ਅਮਲ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ, ਹੇ ਭਾਈ, ਨਾ ਤਾਂ ਇੱਥੇ ਮੁਸਲਮਾਨ ਵੱਡਾ ਹੈ, ਨਾ ਹਿੰਦੂ ਵੱਡਾ ਹੈ, ਜੇ ਅੱਜ ਕਹਿ ਦਈਏ ਨਾ ਸਿੱਖ ਵੱਡਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸ਼ੁਭ ਅਮਲਾਂ ਬਾਝੋਂ ਦੋਵੇਂ ਰੋਈ। ਆਓ ਪੜ੍ਹ ਲਈਏ ਪ੍ਰੇਮ ਦੇ ਨਾਲ ਇਹ ਧਾਰੂ। ਉਹ ਚੰਗੇ ਅਮਲ ਕਵਾਲੇ ਮਨਾ ਮੇਰਿਆ, ਦਰਗਹ 'ਚ ਕੰਮ ਹੋਣਗੇ। ਅਮਲ ਕਮਾਲੇ ਮਨਾ ਮੇਰਿਆ, ਦਰਗਹ 'ਚ ਕੰਮ ਹੋਣਗੇ। ਅਮਲ ਕਮਾਲੇ ਮਨਾ ਮੇਰਿਆ, ਦਰਗਾਹ 'ਚ ਕੰਮ ਆਉਣਗੇ। ਉਹ ਚੰਗੇ ਅਮਲ ਕਮਾਲੇ ਮਨਾ ਮੇਰਿਆ, ਦਰਗਾਹ 'ਚ ਕੰਮ ਆਉਣਗੇ। ਅਮਲ ਕਮਾਲੇ ਮਨਾ ਮੇਰਿਆ, ਕੰਮ ਆਉਣਗੇ। ਚੰਗੇ ਅਮਲ ਕਮਾਲੇ ਮੇਰਿਆ, ਦਰਗਾਹ 'ਚ ਕੰਮ ਆਉਣਗੇ। ਦਰਗਾਹ 'ਚ ਜੀ 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 ਕੰਮ ਆਉਣਗੇ।
ਜੀ ਆਣਗੇ ਸੁਰਗਤ ਜੀ ਕੰਮ ਆਣਗੇ ਦਰਗਾਹ 'ਚ ਜੀ ਕੰਮ ਆਉਣਗੇ ਉਹ ਦਰਗਾਹ 'ਚ ਜੀ ਕੰਮ ਆਉਣਗੇ 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 ਚੰਗੇ ਅਮਲ ਕਮਾਲ ਮਨਾ ਮੇਰਿਆ ਦਰਗਾਹ 'ਚ ਕੰਮ ਆਉਣਗੇ ਚੰਗੇ ਅਮਲ ਕਮਾਲ ਮਨਾ ਮੇਰਿਆ ਦਰਗਾਹ 'ਚ ਕੰਮ ਆਉਣਗੇ ਅਮਲ ਕਮਾਲ ਮਨਾ ਮੇਰਿਆ ਦਰਗਾਹ 'ਚ ਕੰਮ ਆਉਣਗੇ ਉਹ ਚੰਗੇ ਅਮਲ ਕਮਾਲ ਮਨਾ ਮੇਰਿਆ ਦਰਗਾਹ 'ਚ ਕੰਮ ਸ਼ੁਭ ਅਮਲਾਂ ਬਾਝੋਂ ਦੋਵੇਂ ਰੋਈ। ਗੁਰਮੁਖ ਪਿਆਰਿਓ, ਕਿਉਂਕਿ ਸਾਨੂੰ ਉਸੇ ਚੀਜ਼ ਦਾ ਗਿਆਨ ਹੋਏਗਾ ਜਿਸ ਚੀਜ਼ ਵੱਲ ਸਾਡਾ ਧਿਆਨ ਹੋਏਗਾ। ਧਿਆਨ ਗੁਰੂ ਦਾ ਸ਼ਬਦ, ਗੁਰੂ ਦੀ ਬਾਣੀ, ਸਾਧ ਸੰਗਤ, ਇਹ ਪਹਿਲਾਂ ਸਰੀਰ ਦੀ ਹਾਜ਼ਰੀ ਨਹੀਂ, ਪਹਿਲਾਂ ਧਿਆਨ ਮੰਗਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬੰਦੇ ਨੂੰ ਗਿਆਨ ਉਸੇ ਚੀਜ਼ ਦਾ ਹੋਏਗਾ ਜਿਸ ਵੱਲ ਧਿਆਨ ਹੋਏਗਾ। ਧਿਆਨ, ਜੇ ਧਿਆਨ ਨਹੀਂ ਫਿਰ ਗਿਆਨ ਨਹੀਂ। ਚਾਹੇ ਕੋਈ ਵੀ ਹੈ, ਦੁਨਿਆਵੀ ਕੰਮ 'ਚ ਲੈ ਲਓ, ਕੋਈ ਮਿਸਤਰੀ ਹੈ, ਕੋਈ ਕੰਮ ਸਿੱਖ ਰਿਹਾ ਹੈ, ਜੇ ਸਿੱਖਣ ਵਾਲੇ ਦਾ ਉਹਦੇ 'ਚ ਧਿਆਨ ਨਹੀਂ ਫਿਰ ਉਹਦਾ ਗਿਆਨ ਵੀ ਨਹੀਂ ਹੋ ਸਕਦਾ। ਕੋਈ ਡਰਾਈਵਰੀ ਸਿੱਖਦਾ ਹੈ, ਜੇ ਆਪ ਤੋਂ ਵੱਡੇ 'ਚ ਉਹਦਾ ਧਿਆਨ ਨਹੀਂ ਫਿਰ ਉਹਨੂੰ ਉਹ ਚੀਜ਼ ਦਾ ਗਿਆਨ ਵੀ ਨਹੀਂ ਹੋ ਸਕਦਾ। ਪਹਿਲਾਂ ਧਿਆਨ ਫਿਰ ਗਿਆਨ ਹੋਏਗਾ। ਜੇ ਮਾਂ ਬਾਪ ਵੱਲ ਧਿਆਨ ਨਹੀਂ ਫਿਰ ਮਾਤਾ ਪਿਤਾ ਦੇ ਪਿਆਰ ਦਾ ਗਿਆਨ ਵੀ ਨਹੀਂ ਹੁੰਦਾ। ਆਖੋ ਸਤਨਾਮ ਸ੍ਰੀ। ਕਹਿਣ ਨੂੰ ਕਹੀ ਜਾਈਏ, ਅਸੀਂ ਕਹਿਣ ਨੂੰ ਕਹੀ ਜਾਈਏ ਮਾਤਾ ਪਿਤਾ ਨੇ, ਜੇ ਮਾਂ ਔਰ ਬਾਪ ਦੇ ਵਿੱਚ ਧਿਆਨ ਨਹੀਂ ਔਲਾਦ ਦਾ, ਗੁਰੂ ਦੀ ਬਾਣੀ ਵੀ ਤੇ ਧਿਆਨ ਹੀ ਮੰਗਦੀ ਹੈ। ਇੱਥੇ ਸਰੀਰ ਦੀ ਹਾਜ਼ਰੀ ਨਹੀਂ, ਪਹਿਲਾਂ ਧਿਆਨ, ਗਿਆਨ, ਧਿਆਨ। ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸੇਵਾ ਸ਼ਬਦ ਬਹੁਤ ਛੋਟਾ ਹੈ, 2 ਅੱਖਰਾਂ ਦਾ ਹੀ ਹੈ, ਪਰ ਸੇਵਾਦਾਰ ਬਣਨਾ ਆਪ ਗਵਾਏ, ਸੇਵਾ ਕਰੇ ਤਾਂ ਕਿਛ ਪਾਏ ਮਾਨ। ਬਾਪੂ ਹਰੀ ਸਿੰਘ ਜੀ ਹੁਣੇ ਪਿੱਛੇ ਇਹ ਬਡਰੁੱਖਾਂ ਜਾਂਦੇ ਹੁੰਦੇ, ਬਡਰੁੱਖਾਂ, ਪਰ ਇਹਨਾਂ ਵਿੱਚ ਇੱਕ ਗੁਣ ਸੀ ਬੜਾ। ਗੁਣ ਕੀ ਸੀ ਵੀ ਇਹ ਜਿੱਥੇ ਜਾਂਦੇ ਸੀ, ਜਿਹੜਾ ਵੀ ਕੋਈ ਗੁਰਮੁਖ ਪਿਆਰਾ ਆ ਗਿਆ, ਜੇ ਉਹਦੇ ਨਾਲ 2 ਗੱਲਾਂ ਕਰਦੇ ਸੀ ਖੜ ਕੇ, ਤਾਂ ਉਹ ਆਉਣ ਵਾਲੇ ਦਾ ਇਹਨਾਂ ਨਾਲ ਪਿਆਰ ਬਣ ਜਾਂਦਾ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਗਾਈਡ ਬੜਾ ਵਧੀਆ ਕਰਦੇ ਸਨ। ਕਈ ਵਾਰੀ ਵੇਖਿਆ ਤੇ ਦਰਬਾਰ 'ਚ ਜਾਂ ਲੰਗਰ ਵਿੱਚ
ਕੋਈ ਗੁਰਮੁਖ ਪਿਆਰੇ ਦੂਰੋਂ ਆਉਂਦੇ ਨੇ, ਪਹਿਲੀ ਵਾਰੀ ਆਉਂਦੇ ਨੇ, ਉਹ ਵੇਖਦੇ ਨੇ। ਜੇ ਕਿਤੇ ਇਹ ਮਿਲ ਜਾਂਦੇ ਅੱਗੇ ਸੰਗਤਾਂ ਨੂੰ, ਔਰ ਇਹ ਕਿਉਂਕਿ ਪੁਰਾਣੇ ਰਹਿੰਦੇ ਸੀ ਇੱਥੇ ਮਸਤੋਆਣਾ ਸਾਹਿਬ। ਪੁਰਾਣੇ ਕੀ, ਤੁਸੀਂ ਐ ਲਓ ਵੀ ਸਾਰਾ ਜੀਵਨ ਹੀ ਸਮਝੋ, ਸਾਰਾ ਜੀਵਨ ਹੀ ਲਾ ਦਿੱਤਾ ਇੱਥੇ, ਸਾਰਾ ਜੀਵਨ। ਔਰ ਮਿੱਠ ਬੋਲੜੇ ਸੁਭਾਅ ਦੇ ਐਡੇ ਤਾਂ ਪ੍ਰਤੱਖ ਸੀ, ਜਿੱਥੇ ਵੀ ਜਾਂਦੇ ਸੀ। ਆ ਹੁਣੇ ਹੁਣੇ ਚੱਲ ਵੀ ਰਿਹਾ ਹਜੇ ਕਿਸਾਨਾਂ ਦਾ, ਮਜ਼ਦੂਰਾਂ ਦਾ ਮੋਰਚਾ, ਸੰਘਰਸ਼ ਜਿਹੜਾ ਚੱਲ ਰਿਹਾ ਹੈ। ਵੀ ਹੈਰਾਨ ਮੰਨੋਗੇ ਤੁਸੀਂ, 2 ਅਕਤੂਬਰ ਤੋਂ, ਪਿਛਲੇ ਸਾਲ ਤੋਂ 2 ਅਕਤੂਬਰ ਤੋਂ, ਜਦੋਂ ਤੋਂ ਆਪਣੇ ਇਸ ਸਥਾਨ ਤੋਂ ਗੁਰੂ ਕੇ ਲੰਗਰ ਟੂਲ ਪਲਾਜ਼ਿਆਂ ਤੇ, ਰੇਲਵੇ ਸਟੇਸ਼ਨ ਤੇ ਜਿੱਥੇ ਜਾ ਰਹੇ ਨੇ, ਉਦੋਂ ਤੋਂ ਹੀ ਉਹ ਉੱਥੇ ਜਾ ਰਹੇ ਨੇ ਨਾਲ, ਗੁਰੂ ਕੇ ਲੰਗਰ ਦੇ ਗੱਡੀ ਦੇ ਨਾਲ ਜਾਂਦੇ ਸੀ ਵਰਤਾਉਣ ਦੇ ਲਈ। ਪਰ ਹੁਣ ਜਿਹੜੀ ਇਹ ਬਿਮਾਰੀ ਚੱਲੀ ਹੈ, ਇਸ ਬਿਮਾਰੀ ਨੇ ਕਿੰਨੀ, ਆਪਾਂ ਵੇਖਦੇ ਹਾਂ ਰੋਜ਼ ਖਬਰਾਂ ਪੜ੍ਹਦੇ ਹਾਂ, ਕਿੰਨੀ ਖਤਰਨਾਕ ਬਿਮਾਰੀ ਹੈ। ਕਿੰਨੇ ਸਾਡੇ ਪਿਆਰੇ, ਕਿੰਨੇ ਸਾਡੇ ਸੰਗੀ ਸਾਥੀ ਇਸ ਬਿਮਾਰੀ ਨੇ ਸਾਤੋਂ ਖੋਹ ਲਏ ਹਨ। ਔਰ ਉਹਨਾਂ ਦੇ ਵਿੱਚ ਇਹ ਮਿੱਠ ਬੋਲਣਾ, ਇਹ ਗੁਣ ਹੈ, ਮਨੁੱਖ ਦਾ ਗੁਣ ਹੈ। ਜਦੋਂ ਕਿਤੇ ਵੀ ਜਾਣਾ ਤਾਂ ਉਹਨਾਂ ਨੂੰ ਭੇਜਿਆ ਜਾਂਦਾ ਗੱਡੀ ਦੇ ਨਾਲ, ਲੰਗਰ ਦੇ ਕੇ ਵੀ ਤੁਸੀਂ ਬਾਬਾ ਜੀ, ਉਹ ਆਪ ਜਾਂਦੇ ਵੀ ਮੈਂ ਜਾਊਂਗਾ, ਨਾਲ ਜਾਊਂਗਾ। ਆ ਪਿੱਛੇ ਜੇ ਦੀ ਗੱਲ ਹੈ, ਗੁਰਜੰਟ ਸਿੰਘ ਬੈਠੇ ਨੇ, ਮੈਨੂੰ ਕਹਿੰਦੇ ਆਪਾਂ ਬਾਬਾ ਜੀ ਦੀਆਂ ਗੱਲਾਂ ਰਿਕਾਰਡ ਕਰਕੇ ਰੱਖੀਏ। ਇਹ ਪੁਰਾਣੀਆਂ ਗੱਲਾਂ, ਘਟਨਾਵਾਂ ਇੱਥੇ ਦੀਆਂ ਸੇਵਾ ਦੀਆਂ ਪੁਰਾਣੀਆਂ, ਇਹ ਸੁਣਾਉਂਦੇ ਹੁੰਦੇ। ਉਹ ਅਸੀਂ ਰਿਕਾਰਡ ਵੀ ਕਰੀਆਂ ਹੋਈਆਂ ਨੇ। ਸਾਰੇ ਬਜ਼ੁਰਗ ਜਿੰਨੇ ਪੁਰਾਣੇ ਬਜ਼ੁਰਗ ਇੱਥੇ ਮਸਤੋਆਣਾ ਸਾਹਿਬ 'ਚ, ਵੱਡੀਆਂ ਉਮਰਾਂ ਵਾਲੇ ਪੁਰਾਣੇ ਬਜ਼ੁਰਗ, ਬਜ਼ੁਰਗਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ, ਬਹੁਤ ਕੁਝ। ਗੁਰਮੁਖ ਪਿਆਰਿਓ, ਜਦੋਂ ਕਿਸੇ 80, 90, 100 ਸਾਲ ਦੇ ਬਜ਼ੁਰਗ ਦਾ ਅਸੀਂ ਸੰਸਕਾਰ ਕਰਨ ਜਾਂਦੇ ਹਾਂ ਨਾ, 100 ਸਾਲ ਦਾ ਬਜ਼ੁਰਗ ਚੜ੍ਹਾਈ ਕਰ ਗਿਆ, ਜਦੋਂ ਉਹਦਾ ਸੰਸਕਾਰ ਕਰਨ ਅਸੀਂ ਜਾਂਦੇ ਹਾਂ ਤਾਂ ਮੈਨੂੰ ਐਂ ਲੱਗਦਾ ਵੀ ਜਿਵੇਂ ਕਿਸੇ 100 ਸਾਲ ਦੇ ਇਤਿਹਾਸ ਦੇ ਗ੍ਰੰਥ ਦਾ ਸੰਸਕਾਰ ਕਰ ਰਹੇ ਹਾਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। 100 ਸਾਲ ਦੀ ਕਿਸੇ ਹਿਸਟਰੀ ਦੀ ਕਿਤਾਬ ਦਾ ਸੰਸਕਾਰ ਹੋ ਰਿਹਾ ਹੈ। ਅੱਜ ਕੌਣ ਸਿੱਖ ਰਿਹਾ ਵੱਡਿਆਂ ਤੋਂ, ਬਜ਼ੁਰਗਾਂ ਤੋਂ ਗੱਲਾਂ? ਨਹੀਂ, ਹੁਣ ਤੇ ਅਸੀਂ ਕੋਲੇ ਬੈਠਣਾ ਵੀ ਪਸੰਦ ਨਹੀਂ ਕਰਦੇ। ਪਰ ਆਹ ਗੁਣ ਮੈਂ ਬਾਬਾ ਬੱਗਾ ਸਿੰਘ ਦੇ ਪਰਿਵਾਰ 'ਚ ਦੇਖਦਾ ਆਇਆ। ਬਾਬਾ ਬੱਗਾ ਸਿੰਘ ਦੇ, ਬਾਬਾ ਭਗਵਾਨ ਸਿੰਘ, ਬਾਬਾ ਹਰੀ ਸਿੰਘ ਜੀ, ਗਾਹਾਂ ਫਿਰ ਇਹਨਾਂ ਦੇ ਬੱਚੇ, ਇਹਨਾਂ ਨੇ ਗੁਰੂ ਦੀ ਕਿਰਪਾ ਨਾਲ ਸਿੱਖੀ ਹੈ ਜਿਹੜੀ ਸਾਂਭ ਕੇ ਰੱਖੀ ਹੋਈ ਹੈ, ਨਹੀਂ ਦੂਜੀ ਪੀੜ੍ਹੀ 'ਚ ਹੀ ਖਤਮ ਹੋ ਜਾਂਦਾ ਕੰਮ। ਗੁਰੂ ਦੀ ਕਿਰਪਾ ਬਖਸ਼ਿਸ਼ ਰਹੀ ਹੈ ਇਹਨਾਂ ਦੇ ਹੱਥ 'ਤੇ। ਇਹਨਾਂ ਦਾ ਬੱਚਾ ਹੁਣ ਵੀ ਜਿਹੜਾ ਕੀਰਤਨ ਕਰਵਾ ਕੇ ਗਿਆ, ਇਸੇ ਪਰਿਵਾਰ ਦੇ ਵਿੱਚੋਂ ਸਿੱਖੀ ਪੀੜ੍ਹੀ ਦਰ ਪੀੜ੍ਹੀ ਚੱਲੀ ਰਹੀ ਆ ਰਹੀ ਹੈ। ਕਿਰਪਾ ਕਿਸ ਦੀ ਕਿਰਪਾ ਹੈ ਇਹ? ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਂਪੁਰਸ਼ਾਂ, ਜਿਹੜਾ ਆ ਮਾਲਵੇ ਦੇ ਵਿੱਚ ਐਡਾ ਸਾਡਾ ਸਿੱਖੀ ਦਾ, ਧਰਮ ਅਤੇ ਵਿਦਿਆ ਦਾ ਸੁਮੇਲ ਜਿਹੜਾ ਬੋਹੜ ਲਾਇਆ ਆ ਗੁਰਸਾਗਰ, ਇਹ ਤੋਂ ਲਾਹੇ ਲੈ ਰਹੇ ਹਾਂ ਆਪਾਂ। ਨਹੀਂ ਤੇ ਸਭ ਨੇ ਚਲੇ ਜਾਣਾ। ਇੱਥੇ ਗਾਲਾਂ ਕੱਢਣ ਵਾਲੇ ਵੀ ਵਗ ਜਾਣਗੇ, ਕੌੜੇ ਬੋਲ ਬੋਲਣ ਵਾਲੇ ਵੀ ਵਗ ਜਾਣਗੇ, ਨਿੰਦਿਆ ਵਾਲੇ ਵੀ ਵਗ ਜਾਣਗੇ, ਪਰ ਜਸ ਕਿਹਦਾ ਹੋਣਾ? ਜਸ ਗੁਣਾਂ, ਉਹਨਾਂ ਦੇ ਗੁਣਾਂ ਦੀ ਗੱਲ ਹੋਣੀ ਹੈ ਜਿਹੜੇ ਲੋਕਾਂ ਲਈ, ਮਨੁੱਖਤਾ ਲਈ ਕੁਝ ਕਰ ਗਏ। ਔਰ ਆ ਭਵਜਲ ਹੈ ਨਾ ਜਿਹੜਾ, ਇਹੀ ਹੈ ਇਸ ਆ ਸੰਸਾਰ ਹੈ ਜਿਹੜਾ, ਇਹੀ ਭਵਜਲ ਹੈ। ਗਾਹਾਂ ਨਾ ਵੀ ਕਿਤੇ ਗਾਹਾਂ ਭਵਜਲ ਹੋਊਗਾ, ਇੱਥੇ ਪੁੰਨ ਕਰਾਂਗੇ ਗਾਹਾਂ ਭਵਜਲ ਤਰ ਜਾਵਾਂਗੇ, ਪੁੰਨ ਕਰਾਂਗੇ ਸੁਰਗ ਵਗ ਜਾਵਾਂਗੇ, ਪਾਪ ਕਰਾਂਗੇ ਨਰਕਾਂ 'ਚ ਜਾਵਾਂਗੇ। ਨਹੀਂ ਨਹੀਂ, ਗੁਰੂ ਨਾਨਕ ਦੇ ਦਰ 'ਤੇ ਇਹ ਨਰਕਾਂ ਸਵਰਗਾਂ ਦੇ ਡਰਾਬੇ ਨਹੀਂ ਹੈਗੇ। ਇੱਥੇ ਕਵਨ ਨਰਕ ਕਵਨ ਸਵਰਗ ਵਿਚਾਰਾ, ਸੰਤਨ ਦੋ ਰਾਧੇ।
ਭਵਜਲ ਕੀ ਹੈ? ਭਵਜਲ ਆ ਸੰਸਾਰ ਹੀ ਹੈ, ਆ ਜਗਤ ਸੰਸਾਰ। ਭਵਜਲ ਜਗਤ ਸੰਸਾਰ ਹੈ, ਗੁਰ ਪੂਰਾ ਪਾਰ ਲੰਘਾਏ। ਜਗਤ ਸੰਸਾਰ ਭਵਜਲ ਹੈ। ਬੰਦਾ ਡੁੱਬਦਾ ਵੀ ਇਸੇ 'ਚ ਹੀ ਹੈ, ਤਰਦਾ ਵੀ ਇੱਥੋਂ ਹੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਥੋਂ ਹੀ ਤਰਦਾ, ਨਹੀਂ ਤੇ ਸਭ ਨੇ ਚਲੇ ਜਾਣੇ। ਔਰ ਜਿਹੜੇ ਕੋਈ ਲਾਹਾ ਲੈ ਗਏ, ਗੁਰਮੁਖ ਲਾਹਾ ਲੈ ਗਏ। ਅੱਜ ਜਦੋਂ ਲੰਗਰਾਂ ਦੀ ਸੇਵਾ ਅਸੀਂ ਲੈ ਕੇ ਜਾਂਦੇ ਨਾ ਟੂਲ ਪਲਾਜ਼ਿਆਂ 'ਤੇ, ਦਿੱਲੀ ਵੀ ਜਾਂਦੇ, ਇਹ ਬਾਬਾ ਜੀ ਕਹਿੰਦੇ ਸਾਨੂੰ ਦਿੱਲੀ ਵੀ ਲੈ ਜਾਓ। ਅਸੀਂ ਇਹਨਾਂ ਨੂੰ ਕਹਿਣਾ ਵੀ ਤੁਸੀਂ ਬਜ਼ੁਰਗ ਹੋ, ਉਮਰ ਵੱਡੀ ਹੈ, ਇੱਥੇ ਹੀ ਸੇਵਾ। ਹੁਣ ਤਕਰੀਬਨ ਦੇਖੋ ਜਿਵੇਂ ਮਹਾਰਾਜ ਕੈਸੀਆਂ ਖੇਡਾਂ ਨੇ ਮਹਾਰਾਜ ਦੀਆਂ। ਹੁਣ ਬਾਬਾ ਹਰੀ ਸਿੰਘ ਨੂੰ ਵੇਖਿਆ ਸੀ ਪਿਛਲੇ ਮਹੀਨਿਆਂ ਦੌਰਾਨ, ਇਹਨਾਂ ਨੂੰ ਇਹ ਕਿਹਾ ਸੀ ਵੀ ਤੁਸੀਂ ਬਿਲਕੁਲ ਵਿਹਲੇ ਰਹੋ, ਤੁਸੀਂ ਸੰਗਤਾਂ ਨੂੰ ਗਾਈਡ ਕਰਿਆ ਕਰੋ, ਤੁਸੀਂ ਪੁਰਾਣੇ ਹੋ, ਇੱਥੇ ਵੇਖਿਆ ਹੰਢਾਇਆ ਸੇਵਾ ਕਰੀਏ। ਤੁਸੀਂ ਜਿਹੜੀਆਂ ਸੰਗਤਾਂ ਆਉਣੀਆਂ, ਹੁਣ ਉਹ ਲੰਗਰ 'ਚ ਰਹਿੰਦੇ ਸੀ, ਉਹਨਾਂ ਦੀ ਡਿਊਟੀ ਵੀ ਕੋਈ ਨਹੀਂ ਸੀ, ਕੋਈ ਨਹੀਂ ਲੈਂਦੇ ਸੀ ਵੀ ਤੁਸੀਂ ਜਿਹੜੀ ਸੰਗਤਾਂ ਆਉਂਦੀਆਂ ਨੇ ਉਹਨਾਂ ਨੂੰ ਗਾਈਡ ਕਰਿਆ ਕਰੋ। ਜਿਹੜੇ ਬਾਹਰ ਦੂਰੋਂ ਆਉਂਦੇ ਨੇ, ਜਿਹੜੇ ਨਹੀਂ ਜਾਣਦੇ ਮਸਤੂਆਣਾ ਸਾਹਿਬ ਕਿਹਨੇ ਬਣਾਇਆ, ਕਿਵੇਂ ਬਣਾਇਆ, ਕਿਸ ਤਰ੍ਹਾਂ ਬਣਾਇਆ, ਤੁਸੀਂ ਇਹਦੇ ਬਾਰੇ ਲੋਕਾਂ ਨੂੰ, ਜਿਹੜੀ ਸੰਗਤਾਂ ਦੂਰੋਂ ਆਉਂਦੀਆਂ ਨੇ, ਸਿੱਖਿਆ ਕਰਿਆ ਕਰੋ। ਪਰ ਗੁਰਮੁਖ ਪਿਆਰਿਓ, ਜਿਸ ਤਰ੍ਹਾਂ ਭਾਈ ਗੁਰਦਾਸ ਜੀ ਬਚਨ ਕਰ ਰਹੇ ਨੇ, ਇਸ ਜਨਮ ਨੂੰ ਸਵਾਰ ਕੇ ਜਿਨ੍ਹਾਂ ਨੇ ਗੁਰੂ ਦਾ ਗਿਆਨ, ਗੁਰੂ ਦੀ ਮੱਤ, ਗੁਰੂ ਦੀ ਸਿੱਖਿਆ ਆਪਣੇ ਜੀਵਨ ਵਿੱਚ ਲੜ ਬੰਨ੍ਹ ਲਈ, ਉਹ ਆ ਜਨਮ ਹੈ ਜਿਹੜਾ ਇੱਥੋਂ ਸਵਾਰ ਕੇ ਚਲੇ ਜਾਂਦੇ ਨੇ। ਆਓ ਇਹ ਧਾਰਨਾ ਪੜ੍ਹ ਕੇ ਫਿਰ ਆਪਾਂ ਸਮਾਪਤੀ ਵੱਲ ਵਧੀਏ। 12:30 ਹੋ ਗਏ, ਸਮਾਂ ਵੀ ਨੇੜੇ ਲੱਗਦਾ ਜਾ ਰਿਹਾ ਹੈ। ਔਰ ਸਾਰੀ ਸੰਗਤ, ਕਿਉਂਕਿ ਬਿਮਾਰੀ ਦਾ ਸਮਾਂ ਹੈ, ਜਿਸ ਤਰ੍ਹਾਂ ਸਿਹਤ ਵਿਭਾਗ ਦੀਆਂ ਹਦਾਇਤਾਂ ਨੇ ਵੀ ਮੂੰਹ ਕਵਰ ਕਰਨੇ, ਦੂਰੀ ਬਣਾ ਕੇ ਰੱਖਣੀਆਂ, ਆਪਾਂ ਉਹਨਾਂ ਗੱਲਾਂ ਦਾ ਵੀ ਧਿਆਨ ਰੱਖਣਾ। ਉਹ ਆਹ ਧਾਰਨਾ ਪੜ੍ਹ ਕੇ ਸਾਰੀ ਸੰਗਤ ਬੋਲਣਾ, ਸਾਰਿਆਂ ਨੇ ਰਸਨਾ ਨੂੰ ਪਵਿੱਤਰ ਕਰਨਾ, ਫਿਰ ਆਨੰਦ ਸਾਹਿਬ ਦਾ ਕੀਰਤਨ, ਫਿਰ ਸਤਿਗੁਰਾਂ ਦੇ ਚਰਨ 'ਚ ਅਰਦਾਸ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਦਰਗਹਿ ਚੱਲਿਆ। 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 ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਦਰਗਹਿ। ਭਾਈ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਦਰਗਹਿ ਚੱਲਿਆ। 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 ਗੁਰਮੁਖ ਜਨਮ ਸਵਾਰ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ, ਸੱਚੀ ਦਰਗਹਿ ਜਾਏ। ਸੱਚੀ ਦਰਗਹਿ ਜਾਏ, ਸੱਚੀ ਦਰਗਹਿ ਜਾਏ। ਸੱਚੀ ਦਰਗਹਿ ਜਾਏ, ਸੱਚੀ ਦਰਗਹਿ ਜਾਏ। ਸੱਚੀ ਦਰਗਹਿ ਮੱਲਿਆ, ਸੱਚਾ ਪਿੜ ਮੱਲਿਆ, ਸੱਚਾ ਪਿੜ ਮੱਲਿਆ, ਸੱਚਾ ਪਿੜ ਮੱਲਿਆ। 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 ਮੱਲਿਆ ਸੱਚਾ ਮੱਲਿਆ। ਭਾਈ ਗੁਰਮੁਖ ਜਨਮ ਸਵਾਰ ਦਰਗਹਿ
ਸਵਾਰ ਦਰਗਾਹ ਚੱਲਿਆ, ਦਰਗਾਹ ਚੱਲਿਆ। ਭਾਈ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਦਰਗਾਹ ਚੱਲਿਆ। ਭਾਈ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਦਰਗਾਹ ਚੱਲਿਆ। ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਦਰਗਾਹ ਚੱਲਿਆ। ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਦਰਗਾਹ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਆਓ ਗੁਰਮੁਖ ਪਿਆਰਿਓ, ਪਰਿਵਾਰ ਦਾ ਇਸ ਗੱਲੋਂ ਧੰਨਵਾਦ ਹੈ ਕਿ ਉਹਨਾਂ ਨੇ ਬੇਨਤੀ ਕੌਂਸਲ ਵੱਲੋਂ ਜਿਹੜੀ ਕਰੀ ਗਈ ਸੀ, ਸਕੱਤਰ ਸਾਹਿਬ ਬੈਠੇ ਨੇ ਸਰਦਾਰ ਜਸਵੰਤ ਸਿੰਘ ਜੀ, ਕਿ ਅੰਮ੍ਰਿਤ ਵੇਲੇ ਘਰ ਵਿੱਚ ਭੋਗ ਪਾਇਆ ਜਾਵੇ। ਬਾਅਦ ਦਾ ਦੀਵਾਨ ਹੈ ਜਿਹੜਾ, ਕਿਉਂਕਿ ਖੁੱਲ੍ਹਾ ਪੰਡਾਲ ਹੈ, ਗੁਰਸਾਗਰ ਵਿਖੇ ਹੀ ਰੱਖਿਆ ਜਾਵੇ। ਔਰ ਪਰਿਵਾਰ ਦੀ ਇਹਦੇ ਵਿੱਚ ਰਾਏ ਬਾਣੀ ਬਹੁਤ ਚੰਗੀ ਗੱਲ ਹੈ। ਅਸੀਂ ਤਾਂ ਅਕਸਰ ਪਿੰਡਾਂ ਦੇ ਵਿੱਚ, ਮੈਂ ਕਹਿੰਦਾ ਨੇੜੇ ਨੇੜੇ ਪਿੰਡਾਂ ਦੇ ਵਿੱਚ ਜਿੱਥੇ ਜਗ੍ਹਾ ਦੀ ਘਾਟ ਹੈ, ਇਕੱਠ ਵੱਟ ਤੁਸੀਂ ਕਰਨਾ ਚਾਹੁੰਦੇ ਹੋ, ਜਗ੍ਹਾ ਦੀ ਘਾਟ ਹੈ, ਅੰਮ੍ਰਿਤ ਵੇਲੇ ਘਰ ਵਿੱਚ ਭੋਗ ਪਾ ਲਓ। ਬਾਹਰ ਦਾ ਜਿਹੜਾ ਬਾਅਦ ਵਿੱਚ ਜਿਹੜਾ ਖੁੱਲ੍ਹਾ ਪੰਡਾਲ ਹੈ, ਦੀਵਾਨ ਹੈ, ਜਿਹੜਾ ਸ਼ਰਧਾਂਜਲੀ ਸਮਾਗਮ ਹੈ, ਇੱਥੇ ਗੁਰਸਾਗਰ ਮਸਤੋਣਾ ਸਾਹਿਬ ਰੱਖਿਆ ਜਾਵੇ। ਸੋ ਪਰਿਵਾਰ ਦਾ ਧੰਨਵਾਦ ਹੈ। ਫਰੀਦਾ ਕਿੱਥੇ ਤੈਂਡੇ ਮਾਪਿਆ, ਜਿੰਨੀ ਤੂੰ ਜਣਿਆ ਓਏ, ਤੈਂ ਪਾਛੇ ਉਹ ਲੱਦ ਗਏ, ਤੂੰ ਅਜੇ ਨਾ ਪਤੀਣੇ ਓਏ। ਜਿਹੜੀ ਰਾਹੋ ਰਾਹੀ ਜਾਂਦੇ ਇੱਕ ਦਿਨ ਤੂੰ ਵੀ ਤੁਰ ਜਾਏਗਾ। ਸੰਸਾਰ ਜਿਸ ਰਾਹ 'ਤੇ ਜਾ ਰਿਹਾ, ਸਤਿਗੁਰੂ ਜੀ ਕਹਿੰਦੇ ਇਸ ਰਾਹ ਦੇ ਉੱਪਰ, ਇਸ ਲਕੀਰ ਦੇ ਉੱਪਰ ਆਪਾਂ ਨੂੰ ਸਭ ਨੂੰ ਜਾਣਾ ਪੈਣਾ, ਜਾਣਾ ਪੈਣਾ। ਆਓ ਆਨੰਦ ਸਾਹਿਬ ਦਾ ਕੀਰਤਨ ਸਾਰੀ ਸੰਗਤ ਨੇ ਨਾਲ ਬੋਲਣਾ, ਸਾਰਿਆਂ ਨੇ ਰਸਨਾ ਨੂੰ ਪਵਿੱਤਰ ਕਰਨਾ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਦੇ ਵਿੱਚ ਜੁੜਨਾ। ਰਾਮ ਕਲੀ ਮਹੱਲਾ ਤੀਜਾ। ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਕਾ ਪਾਇਆ। ਮਨ ਵਡੀ ਸਰਦਾਇਆ, ਰਾਗ ਰਤਨ ਸ਼ਬਦੋ ਤਾ ਗਾਵੋ, ਹਰਿ ਤੇਰਾ ਮਨ ਜਿਨੀ ਬਸਾਇਆ। ਕਹਿ ਨਾਨਕ ਆਨੰਦ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੋ ਹਰ ਨਾਲ ਰਹੋ ਤੂੰ, ਮਨ ਮੇਰੇ ਦੁੱਖ ਸਭ ਵਿਸਾਰਨਾ। ਅੰਗੀਕਾਰਿਓ ਕਰੇ ਤੇਰਾ ਕਾਰਜ ਸਾਬਤ ਵਾਰਨਾ। ਸਭ ਨੰਗਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਬਸਾਰੇ। ਨਾਨਕ ਮਨ ਮੇਰੇ ਸਦਾ ਰਹੋ ਹਰਿ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਕਰਤਾ ਤੇਰਾ ਸਭ ਕਿਛ ਹੈ, ਇਸ ਦੇ ਤੋ ਪਾਏ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਬਸਾਵੇ। ਨਾਮ ਜਿਨ ਕੈ ਮਨ ਬਸਿਆ, ਵਾਜੇ ਸਭ ਤਕ ਨੇੜੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਭੁਖਾ ਸਭ ਗਵਾਇਆ। ਨਾਮ ਆਧਾਰ ਮੇਰਾ, ਜਨ ਭੁੱਖਾ ਸਭ ਗਵਾਇਆ। ਕਰ ਸਾਧ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਇਆ। ਕੁਰਬਾਨ ਕੀਤਾ ਗੁਰਮਤਿ ਹੋ
ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਨੋ ਸੰਤ ਸੰਤ ਕਰੋ ਪਿਆਰੋ ਸਾਚਾ। ਮੇਰਾ ਆਧਾਰੂ ਵਾਜੇ ਪੰਜ ਸ਼ਬਦ ਵਿੱਚ ਘਰ ਸੁਭਾਗਿਆ। ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ। ਪੰਜ ਤੂਤ ਤੁਤ ਬਸ ਕੀਤੇ ਕਾਲ ਕੰਠਕ ਮਾਰਿਆ। ਧਰਮ ਪਾਇਆ ਤੁਧ ਜਿਨ ਕੋ ਸੇਨਾ ਮਹਰ ਕਹਿ ਲਾਗੇ। ਕਹ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ। ਆਨੰਦ ਸੁਨੋ ਭਟ ਭਾਗਿਓ ਸਗਲ ਮਨੋਰਥ ਪੂਰੇ। ਪਾਰ ਬਰਮ ਪ੍ਰਭੂ ਪਾਇਆ ਉਤਰੇ ਸਗਲ ਵਸੂਰੇ। ਭੋਗ ਰੋਗ ਸੰਤਾਪ ਉਤਰੇ ਸੁਨੀ ਸਚੀ ਬਾਣੀ। ਸੰਤ ਸਾਜਨ ਤੇ ਸਰਸ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਪਰਪੂਰੇ। ਸ਼ਰਨ ਲਾਗੇ ਵਾਜੇ ਅਨਹਦ ਪੂਰੇ ਸਲੋ। ਪਾਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ। ਦਿਵਸ ਰਾਤ ਦੋਏ ਦਾਈ ਦਇਆ ਖੇਲੇ ਸਗਲ ਜਗਤ। ਗਿਆਈਆਂ ਬੁਰਾਈਆਂ ਬਚੈ ਧਰਮ ਰੋਰ। ਕਰਮੀ ਆਪੋ ਆਪ ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮਸ਼ਾਕਤ ਗਾਲ। ਨਾਨਕ ਦੇ ਮੁਖ ਉਜਲੇ ਕੇਤੀ ਛੁੱਟੀ ਨਾ ਧਿਆਇਆ। ਗਏ ਮਸ਼ਾਕਤ ਗਾਲ। ਨਾਨਕ ਦੇ ਮੁਖ ਉਜਲੇ ਕੇਤੀ ਛੁੱਟੀ ਨਾਲ। ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ। ਆਓ ਅਰਦਾਸ ਵਿੱਚ ਜੁੜੀਏ ਜੀ। ਤੂੰ ਠਾਕੁਰ ਤੂੰ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ। ਤੁਮਰੀ ਗਾਤ ਮਿਤ ਤੁਮ ਹੀ ਜਾਨੀ। ਨਾਨਕ ਦਾਸ ਸਦਾ ਕੁਰ ਤੁਮਰੀ ਗਾਤ ਮਿਤ ਤੁਮ ਹੀ ਜਾਨੀ। ਨਾਨਕ ਦਾਸ ਸਦਾ ਕੁਰ। ਬੋਲੋ ਜੀ ਵਾ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਏ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੇਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲੈਨ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਇ ਸਹਾਇ। ਅਰਜਨ ਹਰਿ ਗੋਬਿੰਦ ਨਾਮ ਸਿਮਰੋ ਸੇ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜੇ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਕਰਨੋ ਨਿਦ ਆਵੈ ਧਾਏ। ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਾਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰੀਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤੀਆਂ ਹੱਠੀਆਂ ਜਪੀਆਂ ਤਪੀਆਂ। ਜਿਨ੍ਹਾਂ ਨਾਮ ਜਪਿਆ ਵੰਡ ਸਕਿਆ ਦੇ ਚਲਾਏ। ਤੇਗ ਵਾਹੇ ਦੇ ਕੇ ਅੰਡਠ ਕੀਤਾ। ਤਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਵੰਦ ਵੰਦ ਕਟਾਏ। ਖੋਪਰੀਆਂ ਲਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ।
ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆਮ। ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬੋ ਤਹਾਂ ਤਹਾਂ ਰਸ਼ਰੈ। ਦੇਤੇ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾ ਨਾਮ ਦਾਨ। ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਭੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਮਾ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲੇ ਦਰਸ਼ਨ ਦਿਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ। ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਸਤਿਗੁਰੂ ਜੀ। ਆਪ ਜੀ ਦਾ ਪਾਵਨ ਪਵਿੱਤਰ ਹੁਕਮ ਅਨੁਸਾਰ ਜਿਹਾ ਚੀਰੀ ਲਿਖਿਆ ਤੇ ਹੁਕਮ ਕਮਾਏ। ਕੱਲਿਆ ਬੇ ਨਾਨਕਾ ਸਦੇ ਉੱਠ ਜਾਏ। ਦੇ ਮਹਾਂਵਾਕ ਅਨੁਸਾਰ ਸਤਿਗੁਰੂ ਜੀ ਆਪ ਜੀ ਵੱਲੋਂ ਭੇਜਿਆ ਗੁਰਮੁਖ ਪਿਆਰਾ ਬਾਬਾ ਹਰੀ ਸਿੰਘ ਜੀ ਸਤਿਗੁਰੂ ਜੀ ਆਪ ਜੀ ਵੱਲੋਂ ਬਖਸ਼ੀ ਹੋਈ ਸਵਾਸਾਂ ਰੂਪੀ ਪੂੰਜੀ ਨੂੰ ਭੋਗਦਿਆਂ ਹੋਇਆਂ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ। ਸਤਿਗੁਰੂ ਜੀ ਆਪ ਜੀ ਦੇ ਨਿੱਘੇ ਮਿੱਠੇ ਭਾਣੇ ਨੂੰ ਮੁੱਖ ਰੱਖਦਿਆਂ ਹੋਇਆਂ ਸਮੂਹ ਪਰਿਵਾਰ ਦੇ ਵੱਲੋਂ ਰਲ ਮਿਲ ਕਰਕੇ ਆਪ ਜੀ ਦੀ ਅਲਾਹੀ ਬਾਣੀ ਧੁਰ ਕੀ ਬਾਣੀ ਆਈ। ਤਿੰਨ ਸਗਲੇ ਚਿੰਤ ਮਟਾਏ ਜੀ ਦੇ ਸ੍ਰੀ ਸਹਿਜ ਪਾਠ ਪ੍ਰਕਾਸ਼ ਕਰਵਾਏ ਸਨ। ਸਤਿਗੁਰੂ ਜੀ ਆਪ ਜੀ ਦੇ ਹੁਕਮ ਅਨੁਸਾਰ ਭਾਣੇ ਵਿੱਚ ਰਹਿੰਦਿਆਂ ਹੋਇਆਂ ਬਾਣੀ ਦੇ ਪਾਠ ਜਾਪ ਕੀਤੇ ਗਏ। ਪਾਠ ਦੀ ਪੂਰਨ ਸਮਾਪਤੀ ਹੋਈ। ਸਮਾਪਤੀ ਤੋਂ ਉਪਰੰਤ ਅਕਾਲ ਕਾਲਜ ਕੌਂਸਲ ਸਮੂਹ ਸੰਗਤਾਂ ਦੇ ਵੱਲੋਂ ਸਤਿਗੁਰੂ ਜੀ ਸਮੂਹ ਪਰਿਵਾਰ ਦੇ ਵੱਲੋਂ ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ ਵੱਲੋਂ ਸਥਾਪਿਤ ਕੀਤੇ ਸਥਾਨ ਗੁਰਦੁਆਰਾ ਗੁਰਸਾਗਰ ਮਸਤੂਨਾ ਸਾਹਿਬ ਦੇ ਦਰਬਾਰ ਵਿਖੇ ਜੀ ਪਾਵਨ ਪਵਿੱਤਰ ਦਰਬਾਰ ਸਜਾਇਆ ਗਿਆ। ਸਜੇ ਦੀਵਾਨ ਦੇ ਅੰਦਰ ਸਤਿਗੁਰੂ ਜੀ ਆਪ ਜੀ ਨੇ ਆਪਣੇ ਸੇਵਕਾਂ ਨੂੰ ਸ਼ਬਦ ਕੀਰਤਨ ਗੁਰਮਤਿਆਂ ਵਿਚਾਰਾਂ ਕਰਨ ਦੀ ਸੇਵਾ ਬਖਸ਼ਿਸ਼ ਕੀਤੀ ਜੀ। ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਦਤਾਰ ਪਿਤਾ ਜੀਓ। ਸਮੁੱਚੀ ਸੇਵਾ ਨਿਭਾਉਂਦਿਆਂ ਤੋਂ ਹੋਈਆਂ ਭੁੱਲਾਂ ਦੇ ਖਿਮਾ ਕਰਨੀ ਜੀ। ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ। ਪੜੀ ਸੁਣੀ ਬਾਣੀ ਦਾ ਭਾਵ ਦਰਾਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ। ਦਰਾਈਆਂ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨੀ ਜੀ। ਸੋ ਮਨੋ ਕਾਮਨਾਵਾਂ ਪੂਰੀਆਂ ਕਰਨੀਆਂ। ਸਤਿਗੁਰੂ ਜੀ ਕਿਰਪਾ ਕਰਨੀ। ਬਾਬਾ ਹਰੀ ਸਿੰਘ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨਾ। ਪਿੱਛੇ ਪਰਿਵਾਰ ਸੱਕ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਜੀ। ਇਸ ਸਮਾਗਮ ਨੂੰ ਮੁੱਖ ਰੱਖਦਿਆਂ ਹੋਇਆਂ ਸਮੂਹ ਸੰਗਤਾਂ ਦੇ ਵੱਲੋਂ ਪਰਿਵਾਰ ਦੇ ਵੱਲੋਂ ਆਪ ਜੀ ਨੂੰ ਸੋਹਣੇ ਸੁੰਦਰ ਫਸਾਕੇ ਪਨਾਏ ਗਏ ਨਾ ਆਪ ਅੰਗੀਕਾਰ ਕਰੋ। ਲੋਕ ਪ੍ਰਲੋਕ ਦੇ ਵਿੱਚ ਪੜਦੇ ਕੱਜਨੇ ਸਤਿਗੁਰੂ ਜੀ ਦਸਾਂ ਨਾਹਾਂ ਦੀ ਕਿਰਤ ਕਮਾਈ ਨੂੰ ਸਫਲਾ ਕਰਦੇ ਹੋਏ ਆਪ ਜੀ ਦੇ ਬਖਸ਼ੇ ਗੱਫਿਆਂ ਵਿੱਚੋਂ ਪਵਿੱਤਰ ਕੜਾ ਪ੍ਰਸਾਦ ਸਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ। ਦਰ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਦੇ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਕਰੋ ਕਿਰਪਾ
ਆਪਣੀ ਅਲਾਹੀ ਪਵਿੱਤਰ ਬਾਣੀ ਵਿੱਚ ਹੁਕਮਨਾਮੇ ਦੀ ਬਖਸ਼ਿਸ਼ ਕਰੋ ਜੀ। ਹੁਕਮਨਾਮੇ ਤੇ ਚੱਲਣ ਦੇ ਸਮਰੱਥਾ ਬਖਸ਼ਿਸ਼ ਕਰਨੀ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੇ, ਸਰਵਾਦੇ ਕਾਰਜ ਰਾਸ ਕਰਨੇ, ਸੇ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੇ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਗਿਆ ਪਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਵੋ ਚਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਹ ਮਿਲਹਿੰਗੇ। ਖੁਆਰ ਹੋਏ ਸਭ ਮਿਲਹਿੰਗੇ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਣਾ ਰਾਉ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ। ਵਾਰੀ ਆਪੋ ਆਪਣੀ, ਕੋਈ ਨਾ ਬੰਦਾ ਧੀਰ। ਗੁਰ ਕਿਰਪਾ ਜੇ ਨਰ ਕੋ ਕੀਨੇ, ਤੇ ਇਹ ਜੁਗਤ ਪਛਾਨੇ। ਨਾਨਕ ਲੀਨ ਭਇਓ ਗੋਬਿੰਦ ਸਿਆ, ਜਿਉ ਪਾਣੀ ਸੰਗ ਪਾਣੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨੌਵਾਂ। ਮਨ ਰੇ ਕੌਣ ਕੁਮਤ ਤੈ ਲੀਨੀ, ਪਰਦਾਰਾ ਨਿੰਦਿਆ ਰਸ ਰਚਿਓ। ਰਾਮ ਭਗਤ ਨਹਿ ਕੀਨੇ, ਮਨ ਰੇ ਕੌਣ ਕੁਮਤ ਤੈ ਲੀਨੀ। ਪਰਦਾਰਾ ਨਿੰਦਿਆ ਰਸ ਰਚਿਓ। ਰਾਮ ਭਗਤ ਨਹਿ ਕੀਨੇ। ਰਹਾਉ ਮੁਕਤ ਪੰਥ ਜਾਣਿਓ ਤੈ ਨਾਹਨ, ਧਨ ਜੋਰਨ ਕਉ ਧਾਇਆ। ਅੰਤ ਸੰਗ ਕਾਹੂ ਨਹੀਂ ਦੀਨਾ, ਬਿਰਥਾ ਆਪ ਬੰਧਾਇਆ। ਨਾ ਹਰ ਭਜਿਓ ਨਾ ਗੁਰ ਜਨ ਸੇਵਿਆ, ਨਹੀਂ ਉਪਜਿਓ ਕਛ ਗਿਆਨਾ। ਘਟ ਹੀ ਮਾਹੇ ਨਰੰਜਨ ਤੇਰਾ, ਤੈ ਖੋਜਤ ਉਦਿਆਨਾ। ਬਹੁਤ ਜਨਮ ਭਰਮਤ ਤੈ ਹਾਰਿਆ, ਅਸਥਰ ਮਤ ਨਹੀਂ ਪਾਈ। ਮਾਨਸ ਦੇਹ ਪਾਏ ਪਦ ਹਰ ਭਜ, ਨਾਨਕ ਬਾਤ ਬਤਾਏ।
ਬਹੁਤ ਜਨਮ ਭਰਮਤ ਤੈ ਹਾਰਿਆ, ਅਸਥਿਰ ਮਤ ਨਹੀਂ ਪਾਏ। ਮਾਨਸ ਦੇਹ ਪਾਏ ਪਦ ਹਰ ਭਜ, ਨਾਨਕ ਬਾਤ ਬਤਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਤੇ ਪਵਿੱਤਰ ਗੋਦ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਮੁਖ ਪਿਆਰੇ ਭਾਈ ਹਰੀ ਸਿੰਘ ਜੀ, ਉਹਨਾਂ ਦੀ ਅੰਤਿਮ ਅਰਦਾਸ ਵਿੱਚ ਜੁੜੀ ਸਾਰੀ ਸਾਧ ਸੰਗਤ ਜੀ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੰਡ ਮਿਲਿਆ। ਮੇਰੇ ਤੋਂ ਪਹਿਲਾਂ ਇਹ ਸ਼ਬਦ ਉਚਾਰ ਰਹੇ ਸਨ ਭਾਈ ਅਵਤਾਰ ਸਿੰਘ ਜੀ, ਜਿਹੜੇ ਹਜੂਰੀ ਰਾਗੀ ਨੇ ਗੁਰਦੁਆਰਾ ਗੁਰਸਾਗਰ ਮਸਤੋਣਾ ਸਾਹਿਬ ਦੇ। ਇਹ ਬਿਲਕੁਲ ਸੱਚੀ ਗੱਲ ਹੈ ਕਿ ਔਰ ਇਹ ਪੰਕਤੀਆਂ ਬਾਬਾ ਹਰੀ ਸਿੰਘ ਜੀ 'ਤੇ ਬਿਲਕੁਲ ਢੁਕਦੀਆਂ ਨੇ ਕਿ ਉਹਨਾਂ ਨੇ ਸਾਰਾ ਜੀਵਨ ਇੱਕ ਗੁਰਮੁਖਾਂ ਵਾਲਾ ਜੀਵਨ ਇਸ ਧਰਤੀ 'ਤੇ ਉਹ ਜਿਉਂ ਕੇ ਗਏ ਨੇ। ਇਹ ਤੋਂ ਇਲਾਵਾ ਜੇ ਅਸੀਂ ਉਹਨੂੰ ਸੇਵਾ ਦੇ ਪੁੰਜ ਕਹਿ ਦਈਏ ਤਾਂ ਉਹ ਵੀ ਕੋਈ ਅਤਕਥਨੀ ਨਹੀਂ। ਸਾਰੀ ਉਮਰ ਉਹਨਾਂ ਨੇ ਸੇਵਾ ਕਮਾਈ ਆ। ਸੰਤ ਬਾਬਾ ਅਤਰ ਸਿੰਘ ਜੀ ਦੇ ਸਥਾਪਿਤ ਕੀਤੇ ਗੁਰ ਲੰਗਰ ਅਕਾਲ ਗੁਰਸਾਗਰ ਲੰਗਰ ਦੇ ਵਿੱਚ ਸਾਰੀ ਉਮਰ ਉਹਨਾਂ ਨੇ ਨਿਰਸਵਾਰਥ ਹੋ ਕੇ ਸੇਵਾ ਨਿਭਾਈ ਹੈ। ਪਿੱਛੇ ਜੇ ਉਹਨਾਂ ਨੇ ਡਾਲੀ ਦੀ ਸੇਵਾ ਵੀ ਕੀਤੀ। ਉਸ ਸਮਾਂ ਪਹਿਲਾਂ ਉਹਨਾਂ ਨੇ ਆਖਿਆ ਕਿ ਹੁਣ ਉਹਨਾਂ ਦਾ ਸਰੀਰ ਇਜਾਜ਼ਤ ਨਹੀਂ ਦਿੰਦਾ ਅਤੇ ਡਾਲੀ ਦੀ ਸੇਵਾ ਤੋਂ ਬਿਨਾਂ ਹੁਣ ਉਹ ਲੰਗਰ ਦੇ ਵਿੱਚ ਹੀ ਵੀ ਸੇਵਾ ਕਰਨੀ ਚਾਹੁੰਦੇ ਨੇ। ਸੋ ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਉਹਨਾਂ ਤੋਂ ਡਾਲੀ ਦੀ ਸੇਵਾ ਵਾਪਸ ਲਈ ਗਈ ਅਤੇ ਉਹਨਾਂ ਨੂੰ ਗੁਰ ਲੰਗਰ ਦੇ ਵਿੱਚ ਹੀ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ, ਜਿੱਥੇ ਉਹ ਵੈਸੇ ਅਸੀਂ ਬਹੁਤ ਸਾਰੇ ਸਾਡੇ ਕੋਲ ਇਹੋ ਜਿਹੇ ਸੇਵਾਦਾਰ ਨੇ ਜਿਨ੍ਹਾਂ ਦੀ ਸਾਰੀ ਉਮਰ ਇੱਥੇ ਹੀ ਸੇਵਾ ਕਰਦਿਆਂ ਦੀ ਲੰਘ ਜਾਂਦੀ ਹੈ। ਅਖੀਰ ਦੇ ਵਿੱਚ ਜਦੋਂ ਕਰੜੀ ਸੇਵਾ ਤੋਂ ਸਰੀਰ ਜਵਾਬ ਦੇ ਦਿੰਦਾ ਹੈ, ਜਦੋਂ ਉਹਨਾਂ ਦੀ ਉਮਰ ਉਸ ਤਕਾਜ਼ੇ ਤੱਕ ਪਹੁੰਚ ਜਾਂਦੀ ਹੈ ਕਿ ਹੁਣ ਉਹ ਬਹੁਤਾ ਤੋਰੇ ਫੇਰੇ ਵਾਲਾ ਕੰਮ ਨਹੀਂ ਕਰ ਸਕਦੇ, ਫਿਰ ਅਸੀਂ ਉਹਨਾਂ ਸੇਵਾਦਾਰ ਬਜ਼ੁਰਗਾਂ ਨੂੰ ਅਕਸਰ ਹੀ ਕਹਿ ਦਿੰਦੇ ਹਾਂ ਕਿ ਹੁਣ ਤੁਹਾਡਾ ਆਰਾਮ ਕਰਨ ਦਾ ਸਮਾਂ ਹੈ। ਹੁਣ ਤੁਸੀਂ ਜਿੰਨਾ ਕੁ ਤੁਹਾਡਾ ਮਨ ਕਰਦਾ ਹੈ, ਜਿੰਨਾ ਕੁ ਤੁਹਾਡੀ ਸਰੀਰ ਇਜਾਜ਼ਤ ਦਿੰਦਾ ਹੈ, ਉਨੀ ਕੁ ਸੇਵਾ ਕਰ ਲਿਆ ਕਰੋ। ਅਤੇ ਹੁਣ ਤੁਹਾਡੇ 'ਤੇ ਸੇਵਾ ਤੁਸੀਂ ਸਰੀਰ ਨਾਲ ਧੱਕਾ ਕਰਕੇ ਸੇਵਾ ਨਹੀਂ ਕਰਨੀ। ਸੋ ਬਹੁਤ ਸਾਰੇ ਬਜ਼ੁਰਗ ਇਸ ਤਰ੍ਹਾਂ ਇੱਥੇ ਸੇਵਾ ਕਰ ਰਹੇ ਨੇ। ਅਤੇ ਬਾਬਾ ਹਰੀ ਸਿੰਘ ਜੀ ਮੈਂ ਕਹੂੰਗਾ ਵੀ ਉਹ ਸੇਵਾਦਾਰਾਂ ਦੇ ਮੋਢੀ ਸਨ। ਜਦੋਂ ਵੀ ਗੁਰੂ ਲੰਗਰ ਲਈ ਰਸਤਾ ਲੈਣ ਜਾਣਾ, ਬਹੁਤ ਸਾਰੇ ਸਾਲਾਂ ਤੋਂ ਮੈਨੂੰ ਲੱਗਦਾ ਵੀ ਮੈਂ ਤਾਂ ਜਦੋਂ ਦੀ ਸੁਰਤ ਮੈਂ ਇਹਨਾਂ ਨੂੰ ਇਹੀ ਸੇਵਾ ਕਰਦੇ ਦੇਖਦਾ ਅਤੇ ਉਹਨਾਂ ਨੂੰ ਰਸਤਾਂ ਇਕੱਠੀਆਂ ਕਰਨ ਲਈ ਮੋਹਰੀ ਬਣ ਕੇ ਉਹਨਾਂ ਨੇ ਪਿੰਡ ਪਿੰਡ ਦੇ ਵਿੱਚ ਰਸਤ ਇਕੱਠੀ ਕਰਕੇ ਲਿਆਉਣਾ। ਇਹ ਹੀ ਉਹਨਾਂ ਦੀ ਸੇਵਾ ਸੀ। ਔਰ ਇਹੋ ਜਿਹੇ ਸੇਵਾਦਾਰਾਂ ਕਰਕੇ ਹੀ ਅੱਜ ਇਹ ਅਦਾਰੇ ਨੇ ਜਿਹੜੇ ਸੰਤ ਬਾਬਾ ਅਤਰ ਸਿੰਘ ਜੀ ਦੇ ਵਰਸਾਏ ਹੋਏ, ਚਾਹੇ ਉਹ ਗੁਰਲੰਗਰ ਹੋਵੇ, ਚਾਹੇ ਕੋਈ ਹੋਰ ਸੇਵਾ ਹੋਵੇ, ਉਹ ਨਿਰਵਿਘਨ ਚੱਲ ਰਹੇ ਨੇ। ਅੱਜ ਅਸੀਂ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਏ ਹਾਂ ਅਤੇ ਅਸੀਂ ਸਾਰਿਆਂ ਨੇ ਅਰਦਾਸ ਕੀਤੀ ਹੈ ਕਿ ਵਾਹਿਗੁਰੂ ਉਹਨਾਂ ਦੇ ਆਤਮਾ ਨੂੰ ਚਰਨਾਂ 'ਚ ਨਿਵਾਸ ਬਖਸ਼ੇ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ, ਕਿਉਂਕਿ ਉਹ ਸਾਡੇ ਪਰਿਵਾਰਕ ਮੈਂਬਰ ਹੀ ਬਣ ਜਾਂਦੇ ਨੇ ਜਦੋਂ ਇੰਨਾ ਲੰਬਾ, ਮੇਰੇ ਖਿਆਲ 'ਚ ਓਨਾ ਸਮਾਂ ਉਹ ਪਰਿਵਾਰ 'ਚ ਨਹੀਂ ਬਿਤਾਉਂਦੇ ਜਿੰਨਾ ਸਮਾਂ ਉਹ ਇੱਥੇ ਸੇਵਾ ਦੇ ਵਿੱਚ ਇਸ ਸਥਾਨ 'ਤੇ ਬਿਤਾ ਦਿੰਦੇ ਨੇ। ਸੋ ਸਾਡਾ ਫਰਜ਼ ਸੀ ਕਿ ਕੱਲ੍ਹ ਹੀ ਰਾਏ ਹੋਈ ਸੀ ਕਿ ਆਪਾਂ ਇੱਕ ਪਰਿਵਾਰ ਵਾਂਗੂ ਉਹਨਾਂ ਦਾ ਭੋਗ ਗੁਰਸਾਗਰ ਵਿਖੇ ਪਾਈਏ। ਸਰਪੰਚ ਸਾਹਿਬ ਜਿਹੜੇ ਸਾਬਕਾ ਸਰਪੰਚ ਨੇ ਹਰਚਰਨ ਸਿੰਘ ਜੀ, ਉਹਨਾਂ ਦਾ ਵੀ ਫੋਨ ਆਇਆ ਸੀ ਵੀ ਆਹ ਰਾਏ ਬਣੀ ਹੈ। ਅਸੀਂ ਆਖਿਆ ਵੀ ਬਹੁਤ ਵਧੀਆ।
ਉਹ ਸਾਡੇ ਵੀ ਪਰਿਵਾਰਕ ਮੈਂਬਰ ਸਨ, ਇਕੱਲੇ ਪਰਿਵਾਰ ਦੇ ਨਹੀਂ, ਸਾਡੇ ਵੀ ਉਹ ਪਰਿਵਾਰਕ ਮੈਂਬਰ ਸਨ ਤੇ ਸਾਨੂੰ ਇੱਥੇ ਹੀ ਉਹਨਾਂ ਦਾ ਭੋਗ ਪਾਉਣਾ ਚਾਹੀਦਾ ਹੈ। ਤੇ ਅੱਜ ਆਪਾਂ ਨੇ ਸਾਰਿਆਂ ਨੇ ਅਰਦਾਸ 'ਚ ਸ਼ਾਮਲ ਹੋਏ ਹਾਂ। ਮੈਂ ਅਕਾਲ ਕਾਲਜ ਕੌਂਸਲ ਵੱਲੋਂ, ਬਾਬਾ ਹਰੀ ਸਿੰਘ ਜੀ ਦੇ ਸਮੁੱਚੇ ਪਰਿਵਾਰ ਵੱਲੋਂ, ਜਿੰਨੇ ਵੀ ਇਸ ਅਰਦਾਸ ਬੇਨਤੀ ਵਿੱਚ ਸ਼ਾਮਲ ਹੋਏ ਨੇ ਜਾਂ ਇਸ ਤੋਂ ਪਹਿਲਾਂ ਪਰਿਵਾਰ ਨਾਲ ਦੁੱਖ ਸਾਂਝਾ ਕਰਕੇ ਗਏ ਨੇ, ਮੈਂ ਸਾਰਿਆਂ ਦਾ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ। ਬਾਕੀ ਇਸ ਪਰਿਵਾਰ ਨੂੰ ਅਸੀਂ ਇਸ ਸਥਾਨ ਨਾਲ ਜੋੜ ਕੇ ਜ਼ਰੂਰ ਰੱਖਾਂਗੇ ਔਰ ਜਿਹੜਾ ਵੀ ਪਰਿਵਾਰਕ ਮੈਂਬਰਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਉਹ ਇਸ ਸਥਾਨ ਨਾਲ ਜੁੜ ਕੇ ਰਹਿਣ। ਅਗਰ ਉਹਨਾਂ 'ਚੋਂ ਕੋਈ ਸੇਵਾ ਦੇ ਯੋਗ ਹੋਇਆ ਤਾਂ ਅਸੀਂ ਉਹਨਾਂ ਤੋਂ ਸੇਵਾ ਵੀ ਲਵਾਂਗੇ, ਪਰਿਵਾਰਕ ਮੈਂਬਰ ਤੋਂ ਕਿਸੇ ਨਾ ਕਿਸੇ ਤੋਂ। ਤੇ ਇਹੀ ਬੇਨਤੀ ਕਰਦਾ ਹਾਂ, ਫਿਰ ਸਾਰਿਆਂ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਾਹ ਪਾਣੀ ਛਕ ਕੇ ਫਿਰ ਜਾਣਾ ਹੈ। ਸਾਰੀਆਂ ਸੰਗਤਾਂ ਦਾ ਇਸ ਸੰਸਾਰ ਵੱਲੋਂ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।